मन आनंद भया प्रभ आवत सुनिया प्रभ आवत सुनिया। सोहे अड़े मेरे बंक द्वारे राम सोहे अड़े मेरे बंक द्वारे पावनड़े पावनड़े मेरे राम प्यारे। मन आनंद भया प्रभ आवत सुनिया प्रभ आवत सुनिया। मन आनंद भया प्रभ आवत सुनिया प्रभ आवत सुनिया। मन आनंद भया प्रभ आवत सुनिया 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 प्रभ आवत सुनिया। मन जाओ भया प्रभ आगम सुनिया प्रभ आगम सुनिया। मन जाओ भया प्रभ आगम सुनिया प्रभ आगम सुनिया। हर मंगल गाओ सखी 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 हर मंगल गाओ सखी। ग्रह मंगल बनिया ग्रह मंगल बनिया प्रभ आगम सुनिया प्रभ आगम सुनिया। मन जाओ भया प्रभ आगम सुनिया प्रभ आगम सुनिया। हर गाओ मंगल नित सखिए हर गाओ मंगल नित सखिए 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 सखिए
न व्यापै, सोम दुख 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 न व्यापै, मन व्यापया प्रभ आगम सुनिया, प्रभ आगम सुनिया, मन जाओ दया, प्रभ आगम सुनिया, प्रभ आगम सुनिया। गुर चरण लागे दिन सभागे, 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 अपना मिर जापै, 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 मन जाओ दया, प्रभ आगम सुनिया, प्रभ आगम सुनिया, मन जाओ दया, प्रभ आगम सुनिया, प्रभ आगम सुनिया। ਜਦੋਂ ਕਿਸੇ ਨੇ ਆਉਣਾ ਹੋਵੇ, ਜਿਵੇਂ ਕਿ ਕਿਸੇ ਬੱਚੀ ਦੇ ਵਿਆਹ ਵਾਲਾ ਦਿਨ ਹੋਵੇ ਤੇ ਕੰਤ ਨੇ ਬਰਾਤ ਲੈ ਕੇ ਆਉਣਾ ਹੋਵੇ ਤੇ ਮਨ ਵਿੱਚ ਬੜਾ ਚਾਅ ਹੁੰਦਾ ਹੈ। जब किसी माता के गर्भ विच कोई भुजंगी, कोई रब दी दात, कोई बच्चा जन्म लैण वाला होवे ते माता दे मन विच बड़ा चाव ते सारे ही घर दे विच बड़ा चाव हुंदा है कि कोई नवां जी आउण वाला है। चाव तो भाव है कि उस चीज की उड़ीक करना, वो भी बहुत खुश होके अंदरों मन बड़ा खुश है। जदों मन खुश हुंदा फिर उसनूं कहंदे चाह बड़ा सी। पंजाबी च कहंदे फलाणे काम दा इहनूं चाह बड़ा सी। ਜਦੋਂ ਕੋਈ ਪ੍ਰਾਹੁਣਾ ਆ ਜਾਏ, ਕੋਈ ਮਹਿਮਾਨ ਆ ਜਾਏ ਘਰ 'ਚ, ਤੇ ਕਈ ਵਾਰੀ ਕੋਈ ਆਉਂਦਾ ਹੈ ਤੇ ਆਪਾਂ ਕਹਿੰਦੇ ਪਤਾ ਨਹੀਂ ਕਿੱਥੋਂ ਮੂੰਹ ਚੱਕ ਕੇ ਆ ਗਏ, ਚੰਗੇ ਭਲੇ ਬੈਠੇ ਸੀ, ਉਹਨਾਂ ਰੋਟੀ ਹੋਰ ਬਣਾਉਣੀ ਪਏਗੀ ਨਾ, ਕਿਉਂਕਿ ਮਨ ਉਹਨਾਂ ਦੇ ਆਉਣ ਦੇ ਨਾਲ ਖੁਸ਼ ਨਹੀਂ ਹੁੰਦਾ। ਜਿਹਦੇ ਆਉਣ ਦੀ ਖਬਰ ਦੇ ਨਾਲ ਮਨ ਖੁਸ਼ ਹੋ ਜਾਵੇ ਉਹਨੂੰ ਕਹਿੰਦੇ ਚਾਓ।
ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਆਨੰਦ ਸਾਹਿਬ ਜੀ ਦੇ ਵਿੱਚ ਇਹ ਸ਼ਬਦ ਉਚਾਰਨ ਕਰ ਰਹੇ ਹਨ। ਮਨ ਦੀ ਵਿਅਥਾ ਸਤਿਗੁਰੂ ਨੇ ਲਿਖੀ ਹੈ ਕਿ ਅੱਜ ਮਨ ਨੂੰ ਬੜਾ ਚਾਅ ਹੈ ਕਿ ਵਾਹਿਗੁਰੂ ਪਰਮੇਸ਼ਰ ਨੇ ਆਉਣਾ, ਉਹਦੇ ਆਉਣ ਦੀ ਖਬਰ ਸੁਣੀ। ਉਹਦੇ ਆਉਣ ਦੀ ਖਬਰ ਸੁਣੀ ਹੈ, ਬਹੁਤ ਚਾਅ, ਮਨ ਖਿੜਿਆ, ਮਨ ਖਿੜਿਆ ਹਰਿਆ ਬਾਗ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਕਹਿੰਦੇ ਫਿਰ ਕੀ ਕਰੋ ਹਰ ਮੰਗਲ ਗਾਵੋ, ਸਖੀ ਖੁਸ਼ੀ ਦੇ ਗੀਤ ਗਾਵੋ। ਮੇਰੀਓ ਸਖੀਓ ਖੁਸ਼ੀ ਦੇ ਗੀਤ ਗਾਵੋ, ਅੱਜ ਪਰਮੇਸ਼ਰ ਵਾਹਿਗੁਰੂ ਆਉਣ ਵਾਲਾ ਹੈ। ਪਰ ਆਪਾਂ ਆਪਣੇ ਅੰਦਰ ਪੜਚੋਲ ਕਰੀਏ, ਕਦੇ ਐਸੀ ਖੁਸ਼ੀ ਹੁੰਦੀ ਹੈ ਕਿਸੇ ਦੇ ਅੰਦਰ ਕਿ ਆਪਾਂ ਕਿਹਾ ਹੋਵੇ ਕਿ ਅੱਜ ਵਾਹਿਗੁਰੂ ਮੇਰਾ ਆਉਣ ਵਾਲਾ ਹੈ, ਜਿਹਨੂੰ ਆਪਾਂ ਵਾਹਿਗੁਰੂ ਵਾਹਿਗੁਰੂ ਕਰੀ ਤਾਂ ਜਾਂਦੇ ਹਾਂ। ਗੁਰੂ ਨਾਨਕ ਕਰੀ ਤਾਂ ਜਾਂਦੇ ਹਾਂ। ਸਵੇਰ ਦੇ ਮੈਸੇਜ ਆ ਰਹੇ ਨੇ WhatsApp ਤੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਰੀ ਤਾਂ ਜਾਂਦੇ ਹਾਂ, ਪਰ ਕੀ ਵਾਕਈ ਮਨ ਵਿੱਚ ਚਾਅ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਆਉਣ ਵਾਲੇ ਨੇ? ਕੀ ਮਨ ਦੇ ਚਾਅ ਨੇ ਆਖਿਆ ਹੈ ਕਿ ਚਲੋ ਗੀਤ ਗਾਈਏ, ਕੋਈ ਵਿਆਹ ਹੋਣ ਵਾਲਾ ਹੋਵੇ ਤਾਂ ਗੀਤ ਗਾਏ ਜਾਂਦੇ ਨੇ ਖੁਸ਼ੀ ਦੇ, ਕਿ ਬੱਚੀ ਦਾ ਜਾਂ ਬੱਚੇ ਦਾ ਵਿਆਹ ਹੈ, ਖੁਸ਼ੀ ਦੇ ਗੀਤ ਗਾਓ। ਕਦੇ ਅਸੀਂ ਗੀਤ ਗਾਏ ਆ ਕਿ ਮੇਰੇ ਗੁਰੂ ਦਾ ਗੁਰਪੁਰਬ ਆਉਣ ਵਾਲਾ, ਚਲੋ ਚੱਲੀਏ ਗੁਰਦੁਆਰੇ ਚੱਲ ਕੇ ਗੀਤ ਗਾਈਏ। ਤੇਗ ਬਹਾਦਰ ਸਾਹਿਬ ਤਾਂ ਕੀ ਕਹਿੰਦੇ, ਨਾਨਕ ਭਉ ਜਲ ਪਾਰ ਪਰੇ। ਛੋਟੀ ਮੋਟੀ ਗੱਲ ਨਹੀਂ ਕਰਦੇ, ਜਿਨ੍ਹਾਂ ਦੇ ਅਸੀਂ ਗੀਤ ਗਾਉਂਦੇ ਆ ਨਾ ਦੁਨਿਆਵੀ, ਉਹ ਗੀਤ ਗਾ ਕੇ ਉੱਥੇ ਹੀ ਖਤਮ ਹੋ ਜਾਂਦੇ। ਪਰ ਜਿਹੜਾ ਆਹ ਗੀਤ ਲੋਕ ਜਾਣੇ, ਇਹ ਗੀਤ ਹੈ। ਕਈ ਤਾਂ ਧਨ ਰਸ ਲੈਣ ਵਾਸਤੇ ਗੁਰਬਾਣੀ ਸੁਣਦੇ, ਪੜ੍ਹਦੇ, ਗਾਉਂਦੇ, ਬੜਾ ਚੰਗਾ ਲੱਗਦਾ, ਧੁਨ ਬੜੀ ਚੰਗੀ ਹੈ, ਟਿਊਨ ਬੜੀ ਚੰਗੀ ਹੈ, ਤਬਲਾ ਬੜਾ ਠਾਂ ਠਾਂ ਕਰਦਾ, ਬੜੀ ਬੰਸਰੀ ਵੱਜ ਰਹੀ ਹੈ। ਕਈ ਆਪਾਂ ਟੇਪਾਂ ਸੁਣਦੇ ਹਾਂ, ਬੜੀ ਸੰਤੂਰ ਵੱਜ ਰਿਹਾ, ਕਿਤੇ ਕੋਈ ਸਾਜ਼ ਵੱਜ ਰਿਹਾ, ਬੜਾ ਕੁਝ ਵੱਜ ਰਿਹਾ। ਪਰ ਸਤਿਗੁਰੂ ਕਹਿੰਦੇ ਲੋਕ ਜਾਣੇ ਇਹੋ ਗੀਤ ਹੈ, ਪਰ ਕਹਿੰਦੇ ਇਹ ਗੀਤ ਨਹੀਂ, ਇਹ ਕੀ ਹੈ? ਇਹ ਤਾਂ ਬ੍ਰਹਮ ਵਿਚਾਰ, ਇਹ ਉਸ ਵਾਹਿਗੁਰੂ ਪਾਰ ਬ੍ਰਹਮ ਦੀ ਵਿਚਾਰ ਹੈ। ਇਹ ਗੁਰਬਾਣੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਨਾਨਕ ਭਉ ਜਲ ਪਾਰ ਪਰੇ ਜੋ ਗਾਵੇ, ਪ੍ਰਭ ਕੇ ਗੀਤ। ਕਿ ਉਹ ਇਸ ਸੰਸਾਰ ਭਉਜਲ ਤੋਂ ਪਾਰ ਹੋ ਜਾਂਦੇ ਨੇ। ਗੁਰਬਾਣੀ ਨੂੰ ਜਗ੍ਹਾ ਜਗ੍ਹਾ ਭਉਜਲ ਕਿਉਂ ਲਿਖਿਆ ਹੈ? ਸੰਸਾਰ ਨੂੰ ਅਸੀਂ ਤਾਂ ਤੁਰੇ ਫਿਰਦੇ ਹਾਂ ਪੈਰਾਂ ਦੇ ਨਾਲ, ਇੱਥੇ ਕਿਹੜਾ ਸਾਗਰ ਹੈ? ਇੱਥੇ ਕੋਈ ਪਾਣੀ ਨਹੀਂ, ਧਰਤੀ ਹੈ ਇੱਥੇ, ਫਿਰ ਕਿਹੜਾ ਭਉਜਲ ਹੈ? ਕਿਹੜੇ ਭਉਜਲ ਦੀ ਗੱਲ ਹੁੰਦੀ ਹੈ? ਬਿਖ ਭਉਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ। ਉਹ ਕਿਹੜਾ ਬਿਖ ਤਾਂ ਬਿਖ ਦੇ ਨਾਲ, ਭਾਵ ਕਿ ਵਿਸ਼ਟਾ ਦੇ ਨਾਲ ਭਰਿਆ ਭਉਜਲ ਹੈ। ਉਹ ਕਿਹੜਾ ਸਾਗਰ ਹੈ, ਸਮੁੰਦਰ ਹੈ, ਬਿਖ ਨਾਲ ਭਰਿਆ ਹੋਇਆ, ਜਿਹਨੂੰ ਪਾਰ ਕਰਨਾ ਹੈ। ਕਿਹੜਾ? ਉਹ ਹੈ ਐਸੋ ਇਹ ਸੰਸਾਰ ਦੇਖਣਾ,
ਰਹਿਨ ਨ ਕੋ ਪਈ ਹੈ ਰੇ। ਇਹ ਜਿਹੜਾ ਸੰਸਾਰ ਦਿਸਦਾ ਹੈ, ਇਹ ਦਿਸਣ ਵਾਲੀਆਂ ਵਸਤੂਆਂ ਇੱਕ ਦਿਨ ਦਿਸਣੋਂ ਹਟ ਜਾਣਗੀਆਂ, ਜਾਂ ਅਸੀਂ ਹਟ ਜਾਵਾਂਗੇ, ਸਾਡੀ ਅੱਖਾਂ ਹਟ ਜਾਣਗੀਆਂ, ਜਾਂ ਜਿਸ ਚੀਜ਼ ਨੂੰ ਵੇਖ ਰਹੇ ਹਾਂ ਉਹ ਚੀਜ਼ ਹਟ ਜਾਏਗੀ। ਸਭ ਟੈਂਪਰੇਰੀ ਨੇ, ਪਰ ਅਸੀਂ ਗੱਲ ਬੱਕੜੀ ਪਾਈ ਹੋਈ ਹੈ ਇਤਨੀ ਜ਼ੋਰ ਦੇ ਨਾਲ, ਸਾਨੂੰ ਲੱਗਦਾ ਇਹੀ ਸਾਡੇ ਨਾਲ ਰਹਿਣਗੇ। ਪਰ ਇਹ ਜਿਹੜਾ ਗੀਤ ਹੈ, ਖੁਸ਼ੀ ਦਾ ਗੀਤ ਹੈ, ਚਾਓ ਕਿਸੇ ਕਿਸੇ ਨੂੰ ਉੱਠਦਾ ਹੈ। ਉੱਠਦਾ ਉਹਨੂੰ ਹੀ ਹੈ ਜਿਹਨੂੰ ਇਹ ਪਤਾ ਹੋਵੇ ਨਾ, ਕਿਸੇ ਭੈਣ ਦਾ ਵੀਰ ਨਾ ਮਿਲਿਆ ਹੋਵੇ 5-7 ਸਾਲ ਤੇ ਆਉਂਦਾ ਹੋਵੇ, ਖਬਰ ਮਿਲ ਜਾਏ ਨਾ, ਤਾਂ ਭੈਣ ਦੇ ਮਨ 'ਚ ਬੜਾ ਚਾਅ ਉੱਠਦਾ ਹੈ ਕਿ ਮੇਰਾ ਭਰਾ, ਮੇਰਾ ਵੀਰ ਆਉਣ ਵਾਲਾ ਹੈ, ਮੇਰੇ ਵਾਸਤੇ ਬਹੁਤ ਵਸਤੂਆਂ ਲਿਆਏਗਾ। ਏਦਾਂ ਹੁੰਦਾ ਹੈ। ਕਿਸੇ ਦਾ ਪਤੀ ਬਾਹਰ ਗਿਆ ਹੋਵੇ, ਕਿਸੇ ਭੈਣ ਦਾ ਪਤੀ ਬਾਹਰ ਕੰਮਕਾਰ ਕਰਦਾ ਹੋਵੇ, ਜਦੋਂ ਕਿਤੇ ਛੁੱਟੀ ਤੇ ਆਉਂਦਾ ਹੋਵੇ ਤਾਂ ਬੜਾ ਚਾਅ ਹੁੰਦਾ, ਹੁਣ ਆਹ ਕਰਾਂਗੇ, ਇੰਨਾ ਕੁਛ ਲਿਆਉਣਗੇ, ਬੱਚਿਆਂ ਵਾਸਤੇ ਆਹ ਚੀਜ਼ਾਂ ਲਵਾਂਗੇ, ਬੱਚਿਆਂ ਨੂੰ ਵੀ ਬੜੀ ਖੁਸ਼ੀ ਹੋ ਜਾਂਦੀ, ਚਾਅ ਹੋ ਜਾਂਦਾ। ਪਰ ਕੋਈ ਵਿਰਲਾ ਜਿਹਨੂੰ ਇਹ ਚਾਅ ਹੁੰਦਾ ਹੈ ਕਿ ਪ੍ਰਭ ਆਵਤ ਸੁਣਿਆ, ਮੈਂ ਤਾਂ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਉਸ ਦੀ ਯਾਦ ਵਿੱਚ ਬੈਠਦਾ ਜਾਂ ਬੈਠਦੀ ਹਾਂ। ਉਹ ਬੈਠ ਕੇ ਇੱਕ ਦਿਨ ਮੈਨੂੰ ਖਬਰ ਸੁਣੀ ਦੂਰ ਦਰਾਡਿਓਂ ਕਿ ਉਹ ਆਉਣ ਵਾਲਾ ਹੈ। ਜਿਹਨੂੰ ਯਾਦ ਕਰਦੇ ਹਾਂ ਉਹ ਆਉਣ ਵਾਲਾ ਹੈ। ਕਈ ਵਾਰੀ ਪਤਾ ਕੀ ਹੁੰਦਾ ਹੈ, ਸਾਨੂੰ ਕੀਰਤਨ 'ਚ ਇੰਨਾ ਆਨੰਦ ਜਾਂ ਪਾਠ ਕਰਦੇ ਹਾਂ ਇੰਨਾ ਆਨੰਦ ਬਣ ਜਾਂਦਾ ਹੈ, ਕਈ ਵਾਰੀ ਸਤਿਗੁਰੂ ਦੀ ਕਿਰਪਾ ਵਰਤ ਜਾਂਦੀ ਹੈ ਤੇ ਅਸੀਂ ਭੁੱਲ ਜਾਂਦੇ ਹਾਂ ਕਿੱਥੇ ਬੈਠੇ। ਤਾਂ ਜਦੋਂ ਅਸੀਂ ਭੁੱਲ ਜਾਂਦੇ ਹਾਂ, ਸਮਝ ਲਓ ਉਦੋਂ ਵਾਹਿਗੁਰੂ ਦੇ ਨਾਲ ਅਸੀਂ ਜੁੜ ਗਏ। ਹੁਣ ਜੁੜ ਗਏ ਤੇ ਵਾਹਿਗੁਰੂ ਦੇ ਨਾਲ ਅਸੀਂ ਇੱਕ ਹੋ ਕੇ, ਵਾਹਿਗੁਰੂ ਸਾਡੇ ਵੱਲ ਵੇਖਣ ਲੱਗ ਗਿਆ, ਕਹਿੰਦਾ ਚੱਲ ਭਾਈ ਮੈਂ ਤੇਰੇ ਘਰ ਚੱਲਦਾ, ਚੱਲ ਫਿਰ ਤੂੰ ਬਹੁਤ ਉਪਕਾਰ ਕੀਤੀ ਹੈ ਨਾ, ਇੱਕ ਮਨ ਹੋ ਕੇ ਚੱਲ ਮੈਂ ਤੇਰੇ ਨਾਲ ਚੱਲਦਾ, ਚੱਲ। ਉਦੋਂ ਬਹੁਤ ਆਨੰਦ ਆ ਗਿਆ, ਅੱਗੇ ਤੁਰ ਪਿਆ, ਬੜੀ ਖੁਸ਼ੀ ਹੋ ਗਈ ਕਿ ਵਾਹਿਗੁਰੂ ਆ ਗਿਆ, ਪ੍ਰਗਟ ਹੋ ਗਿਆ। ਜਦੋਂ ਸਾਰੀ ਸੁੱਧ ਬੁੱਧ ਭੁੱਲ ਜਾਏ, ਸਮਝੋ ਵਾਹਿਗੁਰੂ ਪ੍ਰਗਟ ਹੋ ਗਿਆ, ਸੁੱਖ ਦੀ ਅਸੀਮਤਾ ਆ ਗਈ। ਉਸ ਤੋਂ ਵੱਡਾ ਕੋਈ ਸੁੱਖ ਨਹੀਂ। ਜਦੋਂ ਅਸੀਂ ਕੋਈ ਕੰਮ ਕਰਦੇ ਹੋਏ ਸਾਰਾ ਕੁਝ ਭੁੱਲ ਕੇ ਉਸ ਕੰਮ ਵਿੱਚ ਇੱਕ ਮਿੱਕ ਹੋ ਜਾਈਏ, ਸੰਸਾਰ ਭੁੱਲ ਜਾਏ, ਤਾਂ ਸਮਝੋ ਬਹੁਤ ਵੱਡਾ ਕੋਈ ਮਨ ਨੂੰ ਸੁੱਖ ਆ ਗਿਆ। ਵਾਹਿਗੁਰੂ ਕਹਿੰਦਾ ਚੱਲ ਮੈਂ ਆ ਗਿਆ, ਅੱਗੇ ਤੁਰਿਆ, ਦਰਵਾਜ਼ਾ ਆ ਗਿਆ। ਵਾਹਿਗੁਰੂ ਕਹਿਣ ਲੱਗਾ, ਰੱਬ ਕਹਿਣ ਲੱਗਾ ਕਿ ਜਾ ਮੇਰਿਆ ਭਗਤਾ, ਪਹਿਲਾਂ ਜਾ ਕੇ ਦੇਖ ਤੇਰੇ ਘਰ ਵਿੱਚ ਮੇਰੇ ਵਾਸਤੇ ਜਗ੍ਹਾ ਹੈ, ਕਿੱਥੇ ਬਿਠਾਏਂਗਾ ਮੈਂ। ਕਹਿੰਦਾ ਜੀ ਇੰਨੀ ਜਗ੍ਹਾ ਮੇਰੇ ਕੋਲ ਕੋਠੀ ਹੈ, ਮੇਰੇ ਕੋਲ ਮਕਾਨ ਹੈ, ਜਿਹੋ ਜਿਹਾ ਜਿਹਨੂੰ ਦਿੱਤਾ ਵਾਹਿਗੁਰੂ, ਕਿ ਮੈਂ ਆਪਣਾ ਸਥਾਨ ਦੇ ਦਿਆਂਗਾ। ਵਾਹਿਗੁਰੂ ਆਪਣਾ ਦੇ ਦਿਆਂਗਾ, ਕੋਈ ਨਹੀਂ ਦੇਗਾ ਤੇ ਮੈਂ ਆਪਣਾ ਦਿਆਂਗਾ, ਤੁਸੀਂ ਚੱਲੋ। ਕਹਿੰਦੇ ਵਾਹਿਗੁਰੂ ਕਹਿਣ ਲੱਗੇ ਨਹੀਂ, ਪਹਿਲਾਂ ਜਾ ਅੰਦਰ ਆਪਣੇ ਘਰ ਦੇਖ ਕੇ ਆ ਜਗ੍ਹਾ ਹੈ। ਜਾਂ ਅੰਦਰ ਵੜਿਆ ਤੇ ਕੀ ਦੇਖਿਆ, ਜਿਹਨੂੰ ਕਹਿੰਦਾ ਸੀ ਆ ਮੇਰਾ ਪਲੰਗ ਹੈ, ਆ ਮੇਰੀ ਕੁਰਸੀ ਹੈ, ਆ ਮੇਰਾ, ਉੱਥੇ ਪਹਿਲਾਂ ਹੀ ਬੈਠੇ ਨੇ ਘੇਰ ਕੇ। ਕੌਣ?
ਉੱਥੇ ਬੈਠੇ ਨੇ 5 ਜਣੇ, 1 2 ਵੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਪਹਿਲਾਂ ਹੀ ਬੈਠੇ ਨੇ, ਉਹ ਛੱਡਣ ਨੂੰ ਤਿਆਰ ਹੀ ਨਹੀਂ। ਅੰਦਰ ਗਿਆ, ਉਹਨਾਂ ਵਿੱਚ ਫਸ ਗਿਆ, ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਬਾਹਰ ਕੱਢ ਕੇ ਆਇਆ ਕਿ ਵਾਹਿਗੁਰੂ ਜੀ ਤੁਸੀਂ ਠੀਕ ਕਹਿੰਦੇ, ਅੰਦਰ ਤਾਂ ਜਗ੍ਹਾ ਹੀ ਹੈ। ਉਹ ਅੰਦਰ ਕਿਹੜਾ? ਇਹ ਹਿਰਦਾ। ਜਿਸ ਹਿਰਦੇ ਦੇ ਅੰਦਰ ਵਾਹਿਗੁਰੂ ਨੂੰ ਬਿਠਾਉਣ ਦੀ ਜਗ੍ਹਾ ਹੀ ਨਾ ਹੋਵੇ ਤੇ ਬਿਠਾਵਾਂਗੇ, ਤੇ ਜੇ ਜਗ੍ਹਾ ਨਹੀਂ ਤਾਂ ਕਦੇ ਮਨ ਵਿੱਚ ਚਾਓ ਵੀ ਨਹੀਂ ਆਉਣਾ ਕਿ ਉਹਨੇ ਆਉਣਾ ਹੈ। ਤੇ ਜੇ ਆ ਗਿਆ ਤਾਂ ਫਿਰ ਸਾਨੂੰ ਭਜਣਾ ਪੈ ਜਾਣੀਆਂ, ਨੂੰ ਬਿਠਾਉਣਾ ਕਿੱਥੇ, ਜਗ੍ਹਾ ਨਹੀਂ ਹੈ। ਅਸੀਂ ਤਾਂ ਦੁਨਿਆਵੀ ਧੰਦਿਆਂ 'ਚ ਫਸੇ ਹਾਂ। ਮੈਂ ਕਿਤੇ ਬੱਚਿਆਂ ਨੂੰ ਤਿਆਰ ਕਰਨਾ, ਮੈਂ ਦੁਕਾਨ ਤੇ ਜਾਣਾ, ਮੈਂ ਆਫਿਸ ਜਾਣਾ, ਮੈਂ ਫੈਕਟਰੀ ਜਾਣਾ। ਇਹ ਕਿੱਥੋਂ ਆ ਗਿਆ ਕਲੇੜੇ ਰੱਬ? ਕੱਲਿਆਂ ਨੂੰ ਚਾਓ ਦਾ ਅਹਿਸਾਸ। ਸਤਿਗੁਰੂ ਬਿਆਨ ਕਰ ਰਹੇ ਨੇ ਇਸ ਸ਼ਬਦ ਦੇ ਅੰਦਰ ਉਸ ਚਾਓ ਬਾਰੇ ਕਿ ਹਰ ਗਾਓ ਮੰਗਲ ਨਿਤ ਸਖੀਏ, ਕਿ ਮੈਂ ਤਾਂ ਰੋਜ਼ ਗਾਉਣਾ, ਮੈਂ ਤਾਂ ਰੋਜ਼ ਗਾਉਂਗੀ। ਮੇਰੀ ਉਹ ਸਖੀਓ, ਮੈਂ ਤਾਂ ਰੋਜ਼ ਨਿਤਨੇਮ ਕਰਦਾ। ਕਿਉਂ ਕਰਦਾ? ਸੋਗ ਦੁੱਖ ਨਾ ਵਿਆਪੇ, ਮੈਨੂੰ ਕੋਈ ਦੁੱਖ ਨਾ ਲੱਗੇ, ਕੋਈ ਘਰ ਵਿੱਚ ਸੋਗ ਨਾ ਪਵੇ। ਇਸ ਕਰਕੇ ਜਿੱਦਣ ਮੈਂ ਇਸ ਤਰ੍ਹਾਂ ਕਰਦਾ ਨਾ, ਉਹ ਫਿਰ ਕੀ ਹੁੰਦਾ ਹੈ? ਗੁਰ ਚਰਨ ਲਾਗੇ ਜਦੋਂ ਮੈਂ ਗੁਰੂ ਦੇ ਚਰਨ 'ਚ ਲੱਗਦਾ ਜਾਂ ਲੱਗਦੀ ਹਾਂ, ਦਿਨ ਸੁਭਾਗੇ, ਉਹ ਦਿਨ ਫਿਰ ਭਾਗਾਂ ਵਾਲਾ ਬਣ ਜਾਂਦਾ। ਦਿਨ ਸੁਭਾਗੇ, ਆਨੰਦ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਘਰ ਸੁਭਾਗੇ ਸ਼ਬਦ ਵਾਜੇ। ਆਪਾਂ ਪੜ੍ਹਦੇ ਤਾਂ ਜਾਂਦੇ ਘਰ ਸੁਭਾਗੇ ਕਰਕੇ ਫਟਾਫਟ ਲੱਗ ਜਾਂਦੇ, ਪਰ ਉਹ ਹੈ ਘਰ ਸੁਭਾਗੇ। ਕਿਹੜੇ ਘਰ ਸੁਭਾਗਾ? ਸ਼ਬਦ ਵਾਜੇ, ਜਿਹਦੇ ਵਿੱਚ ਸ਼ਬਦ ਵੱਜਦਾ, ਜਿਹੜੇ ਸਰੀਰ ਨੂੰ ਸ਼ਬਦ ਦੀ ਸੋਝੀ ਆ ਜਾਏ, ਜਿਹੜੇ ਮਨ ਦੇ ਅੰਦਰ ਸ਼ਬਦ ਦੀ ਸੋਝੀ ਨਾਲ ਉਸ ਵਾਹਿਗੁਰੂ ਦੇ ਆਉਣ ਦੀ ਤਾਂਘ ਪੈਦਾ, ਚਾਓ ਬਣਿਆ ਰਵੇ ਕਿ ਅੱਜ ਮੈਂ ਛੇਤੀ ਨਾ ਉੱਠਾਂ, ਨਿਤਨੇਮ ਕਰਾਂ ਆਪਣਾ, ਕਿਉਂਕਿ ਮੇਰੇ ਗੁਰੂ ਨੇ ਕਿਹਾ, ਮੇਰੇ ਗੁਰੂ ਨੇ ਆਖਿਆ ਹੈ ਕਿ ਤੂੰ ਅੰਮ੍ਰਿਤ ਵੇਲੇ ਉੱਠਣਾ ਹੈ ਅਤੇ ਨਿਤਨੇਮ ਕਰਨਾ ਹੈ। ਮਨ 'ਚ ਚਾਓ, ਉਹ ਕਿਸੇ ਦਿਨ ਰਹਿ ਜਾਏ ਨਿਤਨੇਮ ਦਾ ਬੜਾ ਹੀ ਉਸ ਦਾ ਮੂਡ ਆਫ ਰਹਿੰਦਾ, ਏਦਾਂ ਲੱਗਦਾ ਪਤਾ ਨਹੀਂ ਕੀ ਰਹਿ ਗਿਆ। ਜਿੱਦਾਂ ਕਿਸੇ ਦਿਨ ਭੋਜਨ ਕਰਨ ਦਾ ਮੌਕਾ ਨਾ ਮਿਲੇ ਤੇ ਇਹ ਹਰ ਵੇਲੇ ਭੁੱਖੀ ਚੇਤੇ ਆਉਂਦੀ ਰਹਿੰਦੀ ਹੈ। ਇਸੇ ਤਰ੍ਹਾਂ ਜਿਹੜੇ ਰੋਜ਼ ਨਿਤਨੇਮ ਕਰਦੇ, ਕਦੇ ਲੇਟ ਹੋ ਜਾਣ ਜਾਂ ਰਹਿ ਜਾਏ ਤਾਂ ਹਰ ਵੇਲੇ ਉਹਨਾਂ ਨੂੰ ਉਹੀ ਚਾਓ, ਉਹੀ ਨਿਤਨੇਮ ਚੇਤੇ ਆਉਂਦਾ ਹੈ। ਸੋ ਗੁਰ ਚਰਨ ਲਾਗੇ ਦਿਨ ਸੁਭਾਗੇ, ਕਿ ਦਿਨ ਸੁਭਾਗਾ ਕਿਉਂ ਹੈ? ਆਪਣਾ ਫਿਰ ਜਾਪੇ। ਹਿਰਦੇ ਦੇ ਅੰਦਰ ਹੁਣ ਪਤਾ ਲੱਗਣ ਲੱਗ ਗਿਆ, ਜਾਪਣ ਲੱਗ ਗਿਆ, ਮੈਨੂੰ ਮਹਿਸੂਸ ਹੋਣ ਲੱਗ ਗਿਆ ਕਿ ਮੇਰਾ ਪਿਆਰ ਪਤੀ ਵਾਹਿਗੁਰੂ ਪਰਮੇਸ਼ਰ ਮੇਰੇ ਹਿਰਦੇ ਵਿੱਚ ਆ ਗਿਆ। ਤੇ ਜਦੋਂ ਹਿਰਦੇ 'ਚ ਆ ਗਿਆ, ਫਿਰ ਅਗਲੀ ਪੰਕਤੀ ਵਿੱਚ ਕੀ ਕਹਿੰਦੇ? ਸਤਿਗੁਰ ਸਾਰੇ ਪੜ੍ਹੇ ਗਏ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਅਨਹਦ ਬਾਣੀ
ਇਸ ਤਰ੍ਹਾਂ ਕਿਉਂ ਹੋਇਆ? ਵਾਹਿਗੁਰੂ ਹਿਰਦੇ 'ਚ ਕਿਵੇਂ ਆਇਆ? ਸਤਿਗੁਰੂ ਦੱਸ ਰਹੇ ਨੇ ਰਸਤਾ। ਅਨਹਤ ਬਾਣੀ, ਕਹਿੰਦੇ ਉਹ ਅਨਹਤ ਬਾਣੀ। ਆਨੰਦ ਸਾਹਿਬ ਦੀ ਆਖਰੀ ਜਿਹੜੀ ਪੌੜੀ ਆਪਾਂ ਪੜ੍ਹਦੇ ਹਾਂ ਨਾ 40, ਉਹ ਕਿਹੜੀ ਹੈ? ਆਨੰਦ ਸੁਣੋ ਵਡਭਾਗੀ ਹੋ। ਉਹ ਆਨੰਦ ਨਹੀਂ ਹੈ, ਉੱਥੇ ਆਨੰਦ ਨਾ ਪੜਿਆ ਕਰੀ। ਆਖਰੀ ਪੰਕਤੀ ਵਿੱਚ ਟਿੱਪੀ ਨਹੀਂ ਲੱਗੀ ਹੋਈ। ਆਨੰਦ ਐੜਾ ਨੰਨਾ ਤੇ ਦੰਦਾ ਤਿੰਨੋਂ ਮੁਕਤੇ ਅੱਖਰ ਲੱਗੇ। ਉਹ ਇਹੀ ਹੈ ਆਨੰਦ। ਆਨੰਦ ਤੋਂ ਭਾਵ ਹੈ ਅਨਹਦ। ਅਨਹਦ ਬਾਣੀ ਪੂੰਜੀ। ਇਹ ਅਸਲੀ ਜਿਹੜੀ ਪੂੰਜੀ ਹੈ ਉਹ ਅਨਹਦ ਵਾਲੀ ਬਾਣੀ ਹੈ। ਉਹ ਮਿਲਦੀ ਕਿੱਥੋਂ ਹੈ? ਸੰਤਨ ਹੱਥ ਰਾਖੀ ਪੂੰਜੀ। ਉਹਦੀ ਚਾਬੀ ਸੰਤਾਂ ਦੇ ਕੋਲ ਹੈ। ਉਹ ਤਾਲੇ ਦੀ ਚਾਬੀ ਅਨਹਦ ਵਾਲੇ ਦੀ ਸੰਤਨ ਹੱਥ ਰਾਖੀ ਪੂੰਜੀ। ਉਹਦੀ ਕੁੰਜੀ, ਉਹਦੀ ਚਾਬੀ ਸੰਤਾਂ ਕੋਲ ਹੈ ਜਿਹੜੇ ਪੂਰਨ ਨੇ। ਉਹ ਫਿਰ ਕੀ ਹੋਇਆ? ਅਨਹਤ ਬਾਣੀ ਗੁਰ ਸ਼ਬਦ ਜਾਣੀ। ਇਹ ਜਾਣਿਆ ਕਿਵੇਂ? ਉਸ ਅਨਹਤ ਦੀ ਬਾਣੀ ਗੁਰੂ ਦੇ ਸ਼ਬਦ ਦੇ ਨਾਲ। ਉਸ ਸ਼ਬਦ ਨੇ ਨਾਲ ਮੈਂ ਜਾਣ ਲਈ। ਔਰ ਸ਼ਬਦ ਮੈਨੂੰ ਦਿੱਤਾ ਕਿਹਨੇ? ਸੰਤਾਂ ਨੇ ਮੈਨੂੰ ਦਿੱਤਾ। ਮਿਲੇ ਹੋਏ ਨੇ ਦਿੱਤਾ। ਜਿਹੜਾ ਪਹਿਲਾਂ ਤੋਂ ਵਾਹਿਗੁਰੂ ਨੂੰ ਜਾਣਦੇ ਨੇ ਉਹ ਕਿਹੋ ਜਿਹਾ ਹੈ? ਉਹਨਾਂ ਨੇ ਮੈਨੂੰ ਉਹ ਸ਼ਬਦ ਦਿੱਤਾ, ਹਰ ਨਾਮ ਹਰ ਰਸ ਭੋਗੋ। ਫਿਰ ਮੈਨੂੰ ਵਾਹਿਗੁਰੂ ਦਾ ਨਾਮ ਮਿਲ ਗਿਆ ਤਾਂ ਫਿਰ ਮੈਨੂੰ ਉਹਦਾ ਸਵਾਦ ਆਇਆ। ਜਿਵੇਂ ਕੋਈ ਮੂੰਹ 'ਚ ਕੋਈ ਗਰਾਹੀ ਪਾਈ ਹੋਵੇ, ਜਦੋਂ ਉਸ ਗਰਾਹੀ ਨੂੰ ਆਪਾਂ ਭੋਗਦੇ ਹਾਂ ਫਿਰ ਉਹਦਾ ਸਵਾਦ ਆਉਂਦਾ ਹੈ। ਇਹ ਮਿੱਠੀ ਹੈ ਜਾਂ ਲੂਣੀ ਹੈ ਜਾਂ ਅਲੂਣੀ ਹੈ, ਜੋ ਵੀ ਹੈ, ਫਿੱਕੀ ਹੈ। ਜਦੋਂ ਅੰਦਰ ਜ਼ੁਬਾਨ ਤੇ ਜਾਂਦਾ ਤਾਂ ਪਤਾ ਲੱਗਦਾ ਇਸ ਵਾਰ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਉਸ ਰਸ ਦਾ ਤਾਂ ਮੈਂ ਭੋਗ ਕੀਤਾ ਜਦੋਂ ਮੈਂ ਅਨਹਦ ਬਾਣੀ ਨੂੰ ਸ਼ਬਦ ਰਾਹੀਂ ਜਾਣਿਆ। ਫਿਰ ਕੀ ਬਣਿਆ? ਕਹੈ ਨਾਨਕ ਪ੍ਰਭ ਆਪ ਮਿਲਿਆ। ਫਿਰ ਸਤਿਗੁਰੂ ਕਹਿੰਦੇ, ਫਿਰ ਜਦੋਂ ਮੈਂ ਏਦਾਂ ਦੀ ਅਵਸਥਾ 'ਚ ਆ ਗਿਆ ਫਿਰ ਵਾਹਿਗੁਰੂ ਮਿਲ ਪਿਆ। ਕਰਨ ਕਾਰਨ ਜੋਗੋ, ਉਹ ਸਾਰਾ ਕੁਝ ਕਰਨ ਵਾਲਾ ਜਿਹੜਾ ਹੈ, ਜਿਹੜਾ ਕਰਨ ਯੋਗ ਹੈ। ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾਕਾ ਅੰਤਰਜਾਮੀ ਹੈ ਜਿਹੜਾ, ਉਹ ਫਿਰ ਮੈਨੂੰ ਸਹਿਜੇ ਹੀ ਪ੍ਰਾਪਤ ਹੋ ਗਿਆ। ਸਾਰੇ ਕਰਮ ਅਨਹਦ ਬਾਣੀ ਗੁਰ ਸ਼ਬਦ ਜਾਣੀ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ, ਕਹੈ ਨਾਨਕ ਪ੍ਰਭ ਆਪ ਮਿਲਿਆ। ਕਰ
ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਆ ਗਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਰਾਜਮਾਨ ਹੋ ਗਏ ਤੇ ਪਹਿਲਾ ਸ਼ਬਦ ਕਿਹੜਾ ਉਚਾਰਿਆ ਪਤਾ ਹੈ? ਪਹਿਲਾ ਸ਼ਬਦ ਉਚਾਰਨ ਕੀਤਾ ਸਤਿਗੁਰੂ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਦੇ ਵਿੱਚ ਮਹੱਲਾ 9 ਆ ਗਏ ਗੁਰੂ ਤੇਗ ਬਹਾਦਰ ਸਾਹਿਬ। ਹੁਣ ਉਸ ਜ਼ਿਆਦਾ ਵਾਚਣ ਦਾ ਸਮਾਂ ਨਹੀਂ, ਪਰ ਜਿਹੜੇ ਸ਼ਬਦ ਸਤਿਗੁਰੂ ਨੇ ਸਭ ਤੋਂ ਪਹਿਲਾਂ ਉਚਾਰਿਆ, ਸਾਨੂੰ ਕੀ ਉਪਦੇਸ਼ ਕੀਤਾ? ਸਾਧੋ ਮਨ ਕਾ ਮਾਨ ਤਿਆਗੋ। ਉਹਨਾਂ ਨੂੰ ਪਤਾ ਸੀ ਸਾਡੇ ਅੰਦਰ ਕਿਹੜੀ ਬਿਮਾਰੀ ਹੈ। ਸਾਨੂੰ ਮਾਣ ਬੜਾ ਹੈ ਹਰ ਚੀਜ਼, ਸਾਨੂੰ ਆਪਣੇ ਸੋਹਣੇ ਹੋਣ ਤੇ ਬੜਾ ਮਾਣ। ਸਾਡੇ ਕੋਲ 4 ਕੌਡੀਆਂ ਨੇ, ਬੜਾ ਮਾਣ। ਸਾਡੇ ਧੀਆਂ ਪੁੱਤਰ ਆਗਿਆ ਤੇ ਚੱਲਦੇ ਨੇ, ਬੜਾ ਮਾਣ। ਸਾਡੇ ਹੱਥ ਵਿੱਚ ਕੋਈ ਹੁਨਰ ਹੈ, ਕੋਈ ਦਾਤ ਹੈ ਵਾਹਿਗੁਰੂ ਦੀ, ਬੜਾ ਮਾਣ। ਕਈ ਕਿਸੇ ਨੂੰ ਕੀਰਤਨ ਦਾ ਹੀ ਬੜਾ ਮਾਣ, ਕਿਸੇ ਨੂੰ ਬਾਣੀ ਪੜ੍ਹਨ ਦਾ ਹੀ ਬੜਾ ਮਾਣ ਹੈ। ਸਾਰੇ ਮਾਣ ਹੀ ਨੇ, ਖਤਰਨਾਕ ਨੇ ਬਹੁਤ। ਸਤਿਗੁਰੂ ਕਹਿੰਦੇ ਇਹਨਾਂ ਮਾਨਾਂ ਨੂੰ ਤਿਆਗ ਦਿਓ। ਫਿਰ ਕਰੋ ਕੀ? ਇਸ ਸ਼ਬਦ ਵਿੱਚ ਸਿੱਖਦੇ ਹਾਂ, ਉਸ ਤੋਂ ਬਾਅਦ ਸਮਾਪਤੀ। मन का मान त्यागो साधो। कार्य करें। मन का मान त्यागो साधो। मन का मान त्यागो साधो। मन का मान त्यागो साधो। कितना त्यागो? काम क्रोध संगत दुर्जन की। काम क्रोध संगत दुर्जन की। ताते निष्पागो। ताते निष्पागो। मन का मान त्यागो साधो। मन का मान त्यागो साधो।
ਕਾਮ ਕ੍ਰੋਧ ਇਹ ਦੋ ਜ਼ਿਆਦਾ ਬਲੀ ਨੇ। ਜਗ੍ਹਾ ਜਗ੍ਹਾ ਗੁਰਬਾਣੀ 'ਚ ਲਿਖਿਆ ਕਾਮ ਕ੍ਰੋਧ ਕਾਇਆ ਕੋ ਗਾਲੇ। ਜਦੋਂ ਅੱਗ ਦਾ ਕਦੇ ਕ੍ਰੋਧ ਚੜਿਆ ਹੋਵੇ ਨਾ ਕਿਸੇ ਦੇ ਸਿਰ ਤੇ ਸਵਾਰ ਹੋਵੇ, ਫਿਰ ਉਹਨੂੰ ਨਹੀਂ ਪਤਾ ਲੱਗਦਾ ਉਹਨੇ ਮੂੰਹ ਤੋਂ ਕੀ ਬੋਲਣਾ, ਕਿਉਂਕਿ ਹੁਣ ਉਹ ਆਪ ਨਹੀਂ ਹੈ, ਆਪਣੀ ਜ਼ਬਾਨ ਉਹਦੇ ਕੰਟਰੋਲ 'ਚ ਨਹੀਂ ਹੈ। ਹੁਣ ਕ੍ਰੋਧ ਉਹਦੇ ਸਿਰ ਤੇ ਬੈਠਾ ਤੇ ਜੋ ਉਹ ਬੁਲਾ ਰਿਹਾ ਉਹ ਬੋਲ ਰਿਹਾ। ਇਹ ਸਾਡੇ ਤੁਹਾਡੇ ਦੇ ਨਾਲ ਸਭ ਨਾਲ ਬੀਤਦਾ ਹੈ ਸੱਚ। ਫਿਰ ਕ੍ਰੋਧ ਦੇ ਵਸ 'ਚ ਅਸੀਂ ਆ ਜਾਂਦੇ, ਸਾਡਾ ਵਸ ਨਹੀਂ ਚੱਲਦਾ। ਫਿਰ ਜੋ ਇਹਨੇ ਬੁਲਾਣਾ ਮੰਦਾ ਚੰਗਾ ਬੜਾ ਕੁਝ ਬੋਲਦਾ ਹੈ, ਫਿਰ ਜਦੋਂ ਕ੍ਰੋਧ ਰੂਪੀ ਜਦੋਂ ਤੂਫਾਨ ਸ਼ਾਂਤ ਹੁੰਦਾ, ਫਿਰ ਪਛਤਾਉਂਦਾ ਵੀ ਬੜਾ ਹੈ, ਮੈਂ ਕਿਉਂ ਕੀਤਾ, ਮੈਂ ਕਿਉਂ ਲੜਿਆ, ਮੈਂ ਕਿਉਂ ਲੜੀ, ਮੈਂ ਇਹਨੂੰ ਕਬੂਲ ਕਿਉਂ ਬੋਲੇ। ਸਤਿਗੁਰੂ ਕਹਿੰਦੇ ਕਿਸੇ ਨੂੰ ਕਬੂਲ ਨਾ ਬੋਲੋ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਕਹਿੰਦੇ ਕਿਸੇ ਨੂੰ ਮਾੜਾ ਬੋਲਣਾ, ਕਿਸੇ ਨੂੰ ਕਬੂਲ ਬੋਲਣਾ, ਕਿਸੇ ਨੂੰ ਕ੍ਰੋਧ ਬੋਲਣਾ, ਕਿਸੇ ਨੂੰ ਟੰਚ ਮਾਰ ਕੇ ਬੋਲਣਾ, ਇਹ ਸਾਰੀ ਚੀਜ਼ਾਂ ਸਾਨੂੰ ਮਨ ਦੇ ਸਤਰ ਤੇ ਥੱਲੇ ਗਿਰਾ ਦਿੰਦੀਆਂ। ਇਸ ਕਰਕੇ ਸਤਿਗੁਰੂ ਕਹਿੰਦੇ ਤੇ ਦੂਸਰਾ ਕਾਮ ਕਹਿੰਦੇ ਕਾਮਨਾਵਾਂ ਦਾ ਜਦੋਂ ਢੇਰ ਲੱਗ ਜਾਂਦਾ, ਮੈਨੂੰ ਆਹ ਵੀ ਚਾਹੀਦਾ, ਮੈਨੂੰ ਆਹ ਵੀ ਚਾਹੀਦਾ, ਤੇ ਫਿਰ ਉਹ ਦੌੜਦਾ ਹੈ ਕਿ ਜਿਵੇਂ ਮਾਤਾ ਸੀਤਾ ਨੂੰ ਹਿਰਣ ਦਿਸ ਪਿਆ ਨਾ, ਕਾਮਨਾ ਆ ਗਈ। ਉਹ ਹਿਰਣ ਕੈਸਾ ਸੀ, ਸੋਨੇ ਦਾ, ਉਹ ਗੋਲਡਨ ਕਲਰ ਦਾ ਸੁਨਹਿਰੀ ਰੰਗ ਦਾ ਹਿਰਨ। ਕਦੇ ਹੁੰਦਾ ਹੈ ਸਾਧ ਸੰਗਤ, ਕਦੇ ਸੁਣਿਆ ਕਿ ਕਦੇ ਕੋਈ ਸੁਨਹਿਰੀ ਹਿਰਨ ਦੇਖਿਆ ਕਿਸੇ ਨੇ, ਕਿਸੇ ਜੰਗਲ ਕਿਸੇ ਜ਼ੂ ਦੇ ਅੰਦਰ ਨਹੀਂ ਦੇਖਿਆ। ਸਿਰਫ ਉੱਥੇ ਹੀ ਸੁਣਨ ਵਿੱਚ ਆਉਂਦਾ ਹੈ। ਕਿਉਂ ਆਉਂਦਾ ਹੈ? ਕਿਉਂਕਿ ਮਨ ਵਿੱਚ ਕਾਮਨਾ ਆ ਗਈ। ਫਿਰ ਕਾਮਨਾ ਨੇ ਕਿੱਡਾ ਵੱਡਾ ਬਖੇੜਾ ਖੜਾ ਕਰ ਦਿੱਤਾ, ਪੂਰੀ ਰਮਾਇਣ ਲਿਖੀ ਗਈ। ਉਸ ਸੋਨੇ ਦੇ ਹਿਰਨ ਦੇ ਚੱਕਰ 'ਚ ਆਪਣੀ ਹੱਦ ਤੋਂ ਬਾਹਰ ਆ ਗਈ। ਫਿਰ ਕੀ ਬਣਿਆ? ਫਿਰ ਇੰਨਾ ਭਿਆਨਕ ਲੜਾਈਆਂ ਹੋਈਆਂ, ਇੰਨੇ ਲੱਖਾਂ ਹੀ ਬੰਦੇ ਮਰ ਗਏ। ਫਿਰ ਘਰ ਨਸੀਬ ਹੀ ਨਹੀਂ ਹੋਇਆ। ਫਿਰ ਬਾਹਰ ਜੰਗਲਾਂ 'ਚ ਹੀ ਸਾਰੀ ਉਮਰ ਰਹੀ ਵਿਚਾਰੀ। ਭਾਵੇਂ ਕਿ ਆਪਣਾ ਸਾਰਾ ਕੁਝ ਕਰਕੇ ਰਾਵਣ ਨੂੰ ਮਾਰ ਕੇ ਘਰ ਪਰਤ ਵੀ ਗਏ, ਪਰ ਤਾਂ ਵੀ ਘਰ ਨਹੀਂ ਨਸੀਬ ਹੋਇਆ। ਫਿਰ ਕਿਸੇ ਨੇ ਤਾਂ ਚਲਾ ਦਿੱਤੀ ਕਿ ਇਹਦਾ ਪਹਿਲਾਂ ਸਤੀਪਣਾ ਪਰਖਿਆ ਜਾਏ। ਇੱਕ ਹਿਰਨ, ਇੱਕ ਕਾਮਨਾ। ਇਹ ਤੇ ਏਦਾਂ ਹੀ ਸਾਡੇ ਜੀਵਨ 'ਚ ਵੀ ਕੋਈ ਨਾ ਕੋਈ ਐਸੀ ਕਾਮਨਾ ਆ ਜਾਂਦੀ, ਸਾਨੂੰ ਡਬੋ ਕੇ ਰੱਖਦੀ। ਆਪੋ ਆਪਣੇ ਅੰਦਰ ਝਾਤੀਆਂ ਮਾਰ ਲਈ ਹੈ। ਆਪਾਂ ਸਾਰੇ ਅਜੇ ਉਸੇ ਹੀ ਬੇੜੀ ਤੇ ਸਵਾਰ ਹਾਂ। ਅਜੋ ਸੋ ਨਾਉ ਸਮੁੰਦਰ ਮੇ, ਕਿਆ ਜਾਨੋ ਕਿਆ ਹੋਏ। ਅਜੇ ਆਪਣੀ ਸਾਰਿਆਂ ਦੀ ਇੱਕੋ ਹੀ ਨਾਵ ਤੇ ਸਵਾਰ ਹਾਂ, ਆਪਾਂ ਅਜੇ ਪਾਰ ਨਹੀਂ ਹੋਏ। ਕਹਿੰਦੇ ਕਾਮ ਕ੍ਰੋਧ ਤੋਂ ਬਚੋ ਤੇ ਸੰਗਤ ਦੁਰਜਨ ਕੀ। ਦੋ ਬੰਦੇ ਹੁੰਦੇ ਆ ਜਿਹਦੀ ਸੰਗਤ, ਜੈਸੀ ਸੰਗਤ ਆਪਾਂ ਕਹਿੰਦੇ ਨਾ ਵੈਸੀ ਰੰਗਤ। ਸਤਿਗੁਰੂ ਕਹਿੰਦੇ ਸੰਗਤ ਕਰੀਏ ਸਾਧ ਕੀ, ਜਿਹੜੀ ਕਰਨ ਵਾਲੀ ਸੰਗਤ ਹੈ। ਕਿਉਂ ਕਰੀਏ? ਸਾਧ ਕੌਣ ਹੈ? ਜਿਹੜਾ ਸਾਧਨਾ ਕਰਦਾ ਹੋਵੇ, ਜਿਹੜਾ ਰੱਬ ਦੇ ਰਸਤੇ ਤੇ ਤੁਰਿਆ ਹੋਵੇ, ਸਾਧ। ਜਿਹੜਾ ਰੱਬ ਦੀਆਂ ਗੱਲਾਂ ਕਰਦਾ ਹੋਵੇ। ਮੇਰੀ ਭੈਣ ਸ਼ਬਦ ਪੜ੍ਹ ਰਹੀ ਸੀ ਨਾ, ਹਲਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਕਿ ਜਿਹੜਾ ਹਰੀ ਦੀਆਂ ਗੱਲਾਂ ਸੁਣਾਵੇ ਉਹ ਮੇਰਾ ਮੀਤ ਹੈ, ਉਹ ਗੁਰੂ ਮੇਰਾ ਮੀਤ ਹੈ।
फिर बलहारी गुर अपने ऐसे मीत तो मैं बलहार जानी। बलहारी गुर अपने गुर को बल जाइया। बलहारी गुर अपने दिवहाड़ी सदवार क्यों जिन मानस ते देवते किए। जिन्हें सानू बंदियां तो देव रूप बना दिता सास। वो देव रूप कौन है? जिहड़ा खालसा है वो देव रूप है। भाव कि शुद्ध मन जदों हो जाए वो खालस हो जाता है। सो ऐसी संगत तो बचना चाहिए जिहड़ी संगत नाल कुछ प्राप्त ना होवे। कई बार मेरे वीर मेरिया भैणां देखो ये गुरु दे वचन ने बहुत कीमती ने। जे आपां जीवन च धार लवांगे ना, क्योंकि गुरबाणी है तो बहुत कीमती है, धुर की बाणी है। इन्हें करना कि सगली चिंत मिटाई, साडी चिंतावां सारियां भजा देणियां, पर असीं अमल करना है बस। कहंदे संगत दुरजन की जेड़ा साखत संग ना कीजिए। महाराज जेड़ा गुरु वाला ना होवे। गुरु वाला कौन है? जेड़ा गुरु दी गल ना, गुरु दी गल ते चलदा होवे, अमृत छकिया होवे, वो गुरु वाला है। जेड़े कुत्ते दे गले विच पट्टा पिया होवे, एक तां अवारा हुंदे बाहर जेड़े गलियां च फिरदे, कोई इधरों पत्थर मारदा, कोई उधरों केड़ा मारदा, मारदे ना आपां कि हट इत्थों मेरे दरवाजे तो। पर जेड़ा पालिया होवे ਉਹਨੂੰ ਫਿਰ ਆਪ ਲਈ ਗਲੀਆਂ 'ਚ ਘੁੰਮਦੇ ਆ ਦੇਖੀਦਾ ਸਵੇਰੇ ਸਵੇਰੇ। ਤਾਂ ਕਬੀਰ ਜੀ ਨੇ ਆਪਣੇ ਆਪ ਨੂੰ ਕੁੱਤੇ ਦੀ ਨਿਆਈ ਕਹਿ ਕੇ ਕਹਿੰਦੇ, ਕਬੀਰ ਕੁੱਕਰ ਰਾਮ ਕੋ ਮੋਤੀਆ ਮੇਰੋ ਨਾਮ। ਕਹਿੰਦੇ ਮੇਰਾ ਨਾਮ ਮੋਤੀ ਹੈ, ਮੋਤੀ ਰੱਖ ਲਓ। ਆਮ ਕੁੱਤਿਆਂ ਦੇ ਨਾਮ ਮੋਤੀ ਰੱਖੇ ਹੁੰਦੇ। ਇੰਨੀ ਨਿਰਮਾਣਤਾ ਦੀ ਹੱਦ ਦੇਖੋ, ਕਿੱਥੋਂ ਸਿੱਖਾਂਗੇ। कबीर कुकर राम को मोतिया मेरो नाओ। कहते मैं तो हुण ओहदा मोती बन गया, उस वाहिगुरू परमेश्वर दा कुत्ता बन गया। हुण ओहने की कीता? वाहिगुरू ने गले हमारे जेवरी, उन्हें गल च संगल पा लिया, जिवें आपां पा लैंदे अपने कुत्तियां नूं। हुण तां जह खिंचे तह जाऊं, जिथे खिंच के लै जांदा मैं उधर ही तुर जांदा। सो बचना है दुर्जन दी संगत तो, साखत संग न कीजिए जानते होए बिना। जिहदे नाल विनाश हो जाता है। साखत दे नाल गल्लां की करनियां हुंदे, बड़ा स्वाद। तैनूं पता है फलाना मर गया, तैनूं पता अज अखबार च की हैडिंग आई, क्योंकि वो पढ़ के आया हुंदा है घरों। अज उत्थे इन्ना लॉकडाउन लग गया, इत्थे आ हो गया, इत्थे ओ। अज दी गल ऐसी नहीं होएगी जिहड़ा साडा भला करे। सब नैगेटिव गल्लां सवेरे ही पा लैणे। कई तां अखबार उड़ीकदे हुंदे, बड़ा परेशान हुंदे। मैं देखिया दरवाजे दे अंदर कदे इधर जांदे कदे उधर जांदे, अखबार वाला नहीं आया, लेट हो गया। वो सारा कूड़ा सवेरे सवेरे अंदर पा लिया जो अखबार निकला। ये सब दुर्जन दियां संगतां ने सच। फिर जिहड़े आपां सिनेमे देखदे वो सानू रब तो दूर करदे। नाटक चेटक ये सब सानू रब तो दूर करदे। जिहड़ी संगत तो रब दूर हो जावे उहनूं कहंदे दुर्जन दी संगत। गुरबाणी कहंदे तां ते अहनिस भागो। इहो जी संगत नूं वेख के ते दौड़ लगा दिओ, भज जाओ, दूरों ही भज जाओ। उतो अगला कदम सतगुरु कहंदे दुख सुख दोनों ही। गुरु तेग बहादुर साहब जी दे वचन चल रहे ने, साध संगत ध्यान देना। अज गुरु तेग बहादुर साहब जी दा प्रकाश पुरब है ते साडे जीवन च किवें प्रकाश करना, शब्द सुन लो। कोई गल नहीं, 10-15 मिनट वध घट ला के छुट्टी है अज सब दी। सतगुरु ने ऐसा माहौल बनाया। सुख दुख दोनों सम कर जानो। कहते जदों तू गुरबाणी पढ़ेगा ते तेरी अवस्था ऐसी आ जाएगी, सुख आ जाएगा। घर में कोई बहुत बच्चा नवा
गया, कोई जी नवा आ गया, कोई नवी चीज ले ली, तो बहुत खुशी नहीं होगी। ठीक है, नहीं कहेगा वाहिगुरु तेरी कृपा है ता मिली है, तेरी कृपा होगी मिल गई, बहुत धन्यवाद, बहुत शुक्र है। दिन रात उसका शुक्र करिए। सुख दुख दोनों। ਉਹਦੇ ਬਾਅਦ ਜੇ ਕੋਈ ਬੜਾ ਹੀ ਦੁੱਖ ਆ ਗਿਆ, ਅੱਜ ਕੱਲ੍ਹ ਦੁੱਖ ਆਇਆ ਹੋਇਆ ਬੜਾ ਸਾਂਝਾ ਦੁੱਖ, ਇੱਕੋ ਜਿਹਾ ਦੁੱਖ ਸਾਰੇ ਦੇਸ਼ਾਂ 'ਚ ਆਇਆ, ਐਸਾ ਕਦੇ ਨਹੀਂ ਹੋਇਆ। ਅਲੱਗ-ਅਲੱਗ ਤਰੀਕੇ ਦੇ ਦੁੱਖ ਤਾਂ ਆਪਾਂ ਆਪਣੇ ਘਰਾਂ 'ਚ ਆਸ-ਪਾਸ ਦੇਖੀਦੇ ਆ। ਆਹ ਜਿਹੜਾ ਇੱਕੋ ਜਿਹਾ ਦੁੱਖ ਆਇਆ, ਇਹੋ ਜਿਹਾ ਨਹੀਂ ਆਇਆ। ਸਿਮਿਲਰ ਦੁੱਖ, ਆਹ ਜਿਹੜੀ ਬਿਮਾਰੀ ਚੱਲ ਰਹੀ ਹੈ ਨਾ, ਇਹ ਸਿਮਿਲਰ ਦੁੱਖ ਹੈ। ਕਿਸੇ ਦੇ ਘਰ ਵੀ ਆ ਸਕਦਾ ਹੈ, ਕਈਆਂ ਦੇ ਆ ਗਿਆ ਹੈ, ਪਰ ਜੇ ਆ ਜਾਏ ਤੇ ਸਮ ਕਰ ਜਾਣੋ, तो ਉਸ ਦੁੱਖ ਨੂੰ ਦੁੱਖ ਕਰਕੇ ਨਹੀਂ ਜਾਣਨਾ। ਕੋਈ ਗੱਲ ਨਹੀਂ, ਵਾਹਿਗੁਰੂ ਇਹ ਵੀ ਤੇਰਾ ਭਾਣਾ ਹੈ। ਜੇ ਕੁਝ ਦੇ ਦਿੱਤਾ ਹੈ ਤਾਂ ਵੀ ਤੇਰਾ ਭਾਣਾ ਹੈ, ਜੇ ਸੁੱਖ ਦਿੱਤਾ ਹੈ ਤਾਂ ਤੇਰਾ ਭਾਣਾ ਹੈ, ਜੇ ਦੁੱਖ ਦਿੱਤਾ ਹੈ ਤਾਂ ਤੇਰਾ ਭਾਣਾ ਹੈ। ਔਰ ਜੇ ਕੋਈ ਕਹੇ ਨਾ ਕਿ ਉਹ ਗਾਲਾਂ ਕੱਢੇ ਸਨ, ਉਹਨੂੰ ਕੋਈ ਗੱਲ ਚੰਗੀ ਨਾ ਲੱਗੇ ਤਾਂ ਆਮ ਹੀ ਲੋਕ ਨਿੰਦਾ ਸ਼ੁਰੂ ਕਰ ਦਿੰਦੇ ਆ। ਫਿਰ ਉਹ ਨਿੰਦਾ ਇਕੱਲੇ ਕੋ ਨਹੀਂ ਪਚਦੀ, ਦੂਜੇ ਤੀਜੇ ਚੌਥੇ ਦੇ ਘਰ ਜਾ ਕੇ ਕਰਨੀ ਹੁੰਦੀ ਹੈ। ਫਿਰ ਉਹ ਘਰੋਂ ਘਰੀ ਜਾ ਕੇ ਕਿਸੇ ਤਰੀਕੇ ਨਾਲ ਜਿਹਦੀ ਕੀਤੀ ਹੁੰਦੀ ਉਹਦੇ ਕੰਨਾਂ ਤੱਕ ਪਹੁੰਚ ਹੀ ਜਾਂਦੀ। ਕੋਈ ਨਾ ਕੋਈ ਗੁਰੂ ਦਾ ਪਿਆਰਾ ਦੱਸ ਹੁੰਦਾ ਜਦ ਕਿ ਤੈਨੂੰ ਫਲਾਣਾ ਏਦਾਂ ਕਹਿੰਦਾ, ਉਹ ਵੀ ਫਿਰ ਥੋੜਾ ਰੋਸ 'ਚ ਆ ਜਾਂਦਾ ਹੈ। ਪਰ ਸਤਿਗੁਰੂ ਕਹਿੰਦੇ ਰੋਸ 'ਚ ਨਹੀਂ ਹੋਣਾ। ਮਾਨ ਅਪਮਾਨ, ਜੇ ਕੋਈ ਬੜਾ ਖੁਸ਼ ਹੋ ਜਾਵੇ, ਤਾਰੀਫਾਂ ਕਰੇ ਤੁਹਾਡੇ ਮੂੰਹ ਤੇ, ਜੀ ਹਾਂ ਜੀ ਤੂੰ ਤੇ ਬੜਾ ਹੀ ਚੰਗਾ, ਬੜੀ ਸੇਵਾ ਕਰਦਾ, ਤੇਰੇ ਕੋਲ ਤੇ ਆਹ ਗੁਣ ਹੈ, ਤੇਰਾ ਗੁਣ ਬੜਾ ਹੀ ਚੰਗਾ ਹੈ, ਬੜੀ ਤਾਰੀਫ ਕਰਦਾ ਹੈ। ਫਿਰ ਸਤਿਗੁਰੂ ਕਹਿੰਦੇ ਬਹੁਤਾ ਖੁਸ਼ ਵੀ ਨਾ ਹੋਵੇ, ਇਹਨੂੰ ਆਪਣੀ ਤਾਰੀਫ ਨੂੰ ਤੇ ਆਪਣੀ ਨਿੰਦਾ ਨੂੰ ਇੱਕੋ ਜਿਹਾ ਸਮਝੀ। ਜੇ ਜੀਵਨ ਜੀਣਾ ਹੈ ਗੁਰੂ ਦੇ ਆਸਰੇ ਤੇ ਅਗਲਾ ਬਚਨ ਹੈ ਹਰਖ ਸੋਗ ਤੇ ਰਹਿ ਅਤੀਤਾ। ਖੁਸ਼ੀ ਅਤੇ ਗਮੀ ਉਹਦੇ ਵਿੱਚ ਨਿਰਲੇਪ ਰਹਿਣਾ, ਇਸ ਇੱਕੋ ਜਿਹਾ ਰਹਿਣਾ। ਤਿੰਨ ਜਗ ਤਤ ਪਛਾਣਾ। ਇੱਕ ਤਤ ਹੁੰਦਾ ਹੈ ਨਾ, ਆ ਕਹਿੰਦੇ ਨਾ, ਇੱਕ ਤਾਂ ਖੂਨ ਹੁੰਦਾ ਹੈ, ਇੱਕ ਖੂਨ ਦਾ ਜਿਹੜਾ ਤੱਤ ਹੁੰਦਾ ਉਹਨੂੰ ਕੀ ਕਹਿੰਦੇ ਆ? ਪਲਾਜ਼ਮਾ। ਖੂਨ ਦਾ ਤੱਤ ਕਿਹੜਾ ਹੈ? ਕਿ ਫਲਾਣੇ ਬੰਦੇ ਦੇ ਅੰਦਰ ਪਲਾਜ਼ਮਾ ਦੀ ਕਮੀ ਆ, ਉਹ ਤੱਤ ਹੈ ਖੂਨ ਦਾ ਤੱਤ। ਇਸੇ ਤਰ੍ਹਾਂ ਹਰ ਚੀਜ਼ ਦਾ ਤੱਤ ਹੁੰਦਾ ਹੈ। ਕੋਈ ਤੱਤ ਕੱਢ ਲਓ, ਜਿਵੇਂ ਕਿਸੇ ਫਰੂਟ ਦਾ ਜੂਸ ਕੱਢ ਲੈਣਾ, ਉਹਦਾ ਤੱਤ ਕੱਢ ਲਿਆ। ਇਸੇ ਤਰ੍ਹਾਂ ਫਲਾਣੇ ਨੇ ਕੋਈ ਗੱਲ ਕੀਤੀ, ਉਸ ਗੱਲ ਦਾ ਤੱਤ ਪਰਰੇ ਆ ਹੈ, ਉਹਦਾ ਤੱਤ ਆ ਨਿਕਲਦਾ। ਕਹਿੰਦੇ ਨਾ, ਕਹਿੰਦੇ ਜਿਹੜਾ ਇਸ ਤਰ੍ਹਾਂ ਜੀਵਨ ਜੀਏਗਾ ਉਹਨੂੰ ਜੀਵਨ ਦਾ ਤੱਤ ਪਤਾ ਲੱਗ ਜਾਏਗਾ ਕਿ ਇਹਨਾਂ ਚੀਜ਼ਾਂ, ਇਹਨਾਂ ਗੱਲਾਂ 'ਚ ਕੁਝ ਰੱਖਿਆ ਨਹੀਂ। ਸੋ ਜਪੋ ਸਾਰੇ ਹਰ ਸੋਗ ਤੇ ਰਹਿ ਅਤੀਤਾ, ਹਰ ਸੋਗ ਤੇ ਰਹਿ ਅਤੀਤਾ, ਹਰ ਸੋਗ ਤੇ ਰਹਿ ਅਤੀਤਾ, ਹਰ ਸੋਗ ਤੇ ਰਹਿ ਅਤੀਤਾ। ਤਿੰਨ ਜਗ ਤਤ ਪਛਾਨਾ, ਤਿੰਨ ਜਗ ਤਤ ਪਛਾਨਾ, ਤਿੰਨ ਜਗ
निंदा दो त्यागे। अगला काम केड़ा करे? एक तो उस्तत सुननी ते निंदा सुननी, ते दूजा पासा है दोनों ही गल्लां मूँह तो करनियां भी नहीं। उस्तत किसी दी वाहिगुरु तो इलावा करनी नहीं, किसी दी नहीं करनी, ते निंदा भी किसी दी नहीं करनी। उस्तत निंदा दो विवर्जित, दोनों विवर्जित ने साडे गुरु ग्रंथ साहब महाराज कह रहे हैं, दोनों विवर्जित ने। ना बहुती किसी दी उस्तत करो, ना बहुती किसी दी निंदा करो, क्योंकि उस्तत काहदी है? कबीर जी का कहते जो कुछ करता है वाहिगुरु ही करता है, मैं तो कुछ करता नहीं, ना मेरा बनी जाता। कबीर जी ने स्पष्ट किया ना मेरा बनी जाता। पर सतगुरु लंबे विचार च आपां नहीं जाना। एक होर पंक्ति बाकी है शब्द की, बस ओदा अर्थ आपां समझ के फिर समाप्ति कर दें। उस्तत निंदा दो त्यागै। क्यों त्यागै? जे इनू त्याग देवांगे तो फिर करांगे की है? यही तो असीं सारा दिन करना हुंदा है। किसी दी उस्तत करती, किसी दी निंदा करती। साडे कोल तीजा काम किहड़ा है? वाहिगुरू कहंदे इन्हां नूं छड्ड ते तीजा काम कर। तूं किहड़ा? खोजै पद निर्बाना। फिर तू उस पद नूं लभ, उस अवस्था वाल चल जिहड़ा निर्वाण। निर्वाण कीर्तन गावो करते का, निमक सिमरत जित छूटै। वो आत्मक अवस्था का नाम है निर्वाण पद। वो उदों प्राप्त होएगा जद जड़ियां सब तो जड़ियां वड्डियां चीज़ां चिंबड़ियां ना उस्तत ते निंदा असीं छड्ड देंगे। सुनना ते कहना दोनों ही गल। फिर उस पद वाल असीं अग्रसर हो जावांगे, उस पद ते उस रस्ते ते चल पावांगे जिन्हों कहंदे परम पद। जिहड़ा सब तो वड्डा पद वाहिगुरू दिंदा है ना सानू, वो किहड़ा पद है? जदों वाहिगुरू साडे दे नाल साडे हिरदे एक मिक हो जाता है, हिरदा शुद्ध हो जाता है, तो वाहिगुरू फिर साडे हिरदे आके बैठ जाता है। पर सतगुरु आखिरी पंक्ति च कहंदे हैं, आओ सारे गायन करिए फिर समझांगे। जन नानक एओ खेल कठन है, जन नानक एओ खेल कठन है, जन नानक एओ खेल कठन है, जन नानक एओ खेल कठन है। किन्हु गुरमुख जाना, किन्हु गुरमुख जाना, किन्हु गुरमुख जाना, किन्हु गुरमुख जाना। कहंदे जिहड़ा आ खोजे पद निर्वाणा, ये निर्वाण पद इन्ना सौखा भी नहीं। ये खेल बहुत कठिन है, बहुत औखा है, ये गेम बहुत औखी है। पर कहंदे जे इनू जानना है ना तो गुरमुख बनना पड़ेगा। किन्हू गुरमुख जानना? गुरमुख वो है जिहड़ा गुरु वाल मुख करके तुरदा होवे, भावे भाव कि वो हर वेले अखां कढ के गुरु दे दीदारे करदा होवे, ओदा मूँह गुरु वाल रहिंदा होवे। जिवें शीशा हुंदा है ना साध, आपां शीशे दे अगे खलोने आ, की दिसदा है? जो कुछ असीं हैगे आ वो कुछ दिसदा है। जिहो जी साडी शकल है, नक है, अखां है, जिहो जे काले पीले लाल हरे कपड़े पाए हो जिहा दिसदा है। ते गुरु भी शीशा रूप है। जदों गुरु दे वल मुख करांगे, शीशे वल मुख करांगे,
ਤਾਂ ਸਾਨੂੰ ਸਾਡੇ ਔਗਣ ਦਿਸਣਗੇ ਸਾਧ ਸੰਗਤ। ਉਹ ਗੁਰੂ ਸਾਨੂੰ ਸਾਡੇ ਔਗਣਾਂ ਦੀ ਪਛਾਣ ਕਰਾਵੇਗਾ ਕਿ ਇਹਨਾਂ ਨੂੰ ਹਟਾ, ਇਹ ਔਗਣ ਹਟਾ। ਫਿਰ ਤੈਨੂੰ ਇਹ ਖੇਲ ਨਜ਼ਰ ਆਏਗਾ, ਸਮਝ ਆਏਗੀ, ਇਹ ਨਿਰਵਾਣ ਪਦ ਮਿਲੇਗਾ। ਸਾਧ ਸੰਗਤ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਦਰਬਾਰ ਲੱਗਦਾ ਸੀ ਨਾ, ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ, ਉਹਨਾਂ ਦੇ ਪਿਆਰੇ ਸੁਪੁੱਤਰ ਸਨ, 4 ਹੋਰ ਵੀ ਬੱਚੇ ਸਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਪਰ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ। ਜਦੋਂ ਦਰਬਾਰ 'ਚ ਜਾਂਦੇ ਸੀ ਨਾ, ਤਾਂ ਕਦੇ ਵੀ ਨੀਵੀਂ ਪਾਏ ਤੋਂ ਬਿਨਾਂ ਨਹੀਂ ਜਾਣਾ, ਅੱਖਾਂ ਉੱਪਰ ਚੁੱਕ ਕੇ ਨਹੀਂ ਵੇਖਣਾ ਕੌਣ ਬੈਠਾ ਸੱਜੇ, ਕੌਣ ਬੈਠਾ ਖੱਬੇ। ਦੇਖੋ ਗੁਰੂ ਤੇਗ ਬਹਾਦਰ ਸਾਹਿਬ ਕੁਝ ਸਿੱਖਣਾ ਹੈ, ਸਿੱਖ ਲਈ। ਜਦੋਂ ਗੁਰੂ ਦਰਬਾਰ 'ਚ ਜਾਣਾ, ਅੱਖਾਂ ਬਿਲਕੁਲ ਜ਼ਮੀਨ ਤੇ ਰੱਖਣੀਆਂ ਤੇ ਤੁਰੇ ਜਾਣਾ, ਦਰਬਾਰ ਵਿੱਚ ਜਾ ਕੇ ਆਪਣੀ ਜਗ੍ਹਾ ਤੇ ਬੈਠ ਜਾਣਾ। ਤਾਂ ਫਿਰ ਸੰਗਤ ਨੇ ਇੱਕ ਦਿਨ ਪੁੱਛਿਆ ਕਿ ਸਾਹਿਬਜ਼ਾਦਿਓ, ਤੁਸੀਂ ਜਦੋਂ ਵੀ ਗੁਰੂ ਦਰਬਾਰ ਵਿੱਚ ਆਉਂਦੇ ਹੋ, ਅੱਜ ਤੱਕ ਤੁਹਾਡੀਆਂ ਅੱਖਾਂ ਉੱਚੀਆਂ ਨਹੀਂ ਹੋਈਆਂ, ਕੀ ਗੱਲ ਹੈ? ਤੁਸੀਂ ਇੰਨੀ ਨੀਵੀਂ ਪਾ ਕੇ ਕਿਉਂ ਚੱਲਦੇ ਹੋ? ਪਤਾ ਸਤਿਗੁਰੂ ਨੇ ਕੀ ਜਵਾਬ ਦਿੱਤਾ? ਕਹਿੰਦੇ, ਜਦੋਂ ਮੈਂ ਗੁਰੂ ਦਰਬਾਰ ਵਿੱਚ ਆਉਣਾ ਹੈ, ਉਦੋਂ ਮੈਨੂੰ ਇੰਨੇ ਔਗਣ ਨਜ਼ਰ ਆ ਜਾਂਦੇ, ਮੇਰੀ ਅੱਖਾਂ ਸ਼ਰਮ ਨਾਲ ਝੁਕ ਜਾਂਦੀਆਂ। ਅੱਗੋ ਧੰਨ ਗੁਰੂ ਤੇਗ ਬਹਾਦਰ, ਕਿੰਨਾ ਵੱਡਾ ਬਚਨ ਹੈ ਸਾਧ ਸੰਗਤ। ਜਿਨ੍ਹਾਂ ਸਾਰੇ ਧਰਮ ਦੀ ਰੱਖਿਆ ਕੀਤੀ, ਉਹਦੇ ਅੰਦਰ ਨਿਰਵਾਣਤਾ ਦੀ ਹੱਦ ਦੇਖੋ ਸਾਧ ਸੰਗਤ। ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਸਾਧ ਸੰਗਤ, ਇਹ ਨਿਰਮਾਣਤਾ ਕਿੱਥੋਂ ਸਿੱਖਣੀ ਹੈ? ਗੁਰੂਆਂ ਕੋਲੋਂ ਸਿੱਖਣੀ ਹੈ ਨਾ। ਇੱਕ ਚੀਜ਼ ਹੀ ਸਿੱਖ ਲਈਏ, ਜੀਵਨ ਬਦਲ ਦੇਗੀ। ਬਹੁਤ ਵੱਡੀ ਜੀਵਨੀ ਨਹੀਂ ਪੜ੍ਹ ਸਕਦੇ, ਬੋਲ ਸਕਦੇ ਆਪਾਂ, ਤਾਂ ਇੱਕ ਚੀਜ਼ ਸਿੱਖ ਲਈ ਹੈ। एक चीज मुझे दे और जहर चीज ना पाया। इको चीज मिल जाए गुरबाणी च हर चीज का जवाब कि बाकी चीजा सारिया जहर ने, जहर वर्गियां। जिन्हें निर्माणता आप शब्द भी होगी है, निर्माणता सब तो पहला शब्द सतगुरु ने उचारिया, साधु मन का। उतों नहीं मान त्यागना, निर्माणता दिखानी जी मैं बड़ा गरीब हाँ जी, मैं कहना। ਜਿਹੜੇ ਸਮਝੋ ਬਹੁਤ ਬੋਲਦੇ ਆ ਨਾ, ਮੂੰਹ ਤੋਂ ਆਪਣੇ ਆਪ ਨੂੰ ਨੀਵਾਂ ਬੋਲਦੇ ਆ ਨਾ, ਬਾਹਰ ਵਰਤਣ ਲੱਗੇ ਸਮਝੋ ਅਜੇ ਨੀਵਾਂ ਨਹੀਂ ਹੈ। ਜਿਹੜਾ ਨੀਵਾਂ ਉਹ ਬੋਲਦਾ ਨਹੀਂ, ਉਹ ਹੁੰਦਾ ਹੀ ਨੀਵਾਂ। ਉਹ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਹੁੰਦਾ ਹੈ, ਉਹ ਉਸ ਦੇ ਮਾਰਗ ਤੇ ਚੱਲ ਰਿਹਾ ਹੁੰਦਾ, ਉਹਨੂੰ ਕਹਿਣ ਦੀ ਲੋੜ ਨਹੀਂ, ਉਹ ਹਿਰਦੇ ਚੋਂ ਹੀ ਨੀਵਾਂ ਹੈ। ਗੁਰਬਾਣੀ ਕਹਿੰਦੀ ਨਾਨਕ ਨੀਵਾਂ ਜੋ ਚੱਲੈ। ਜਿਹੜਾ ਇਸ ਤਰ੍ਹਾਂ ਚੱਲਦਾ ਫਿਰ ਉਹਨੂੰ ਕੀ ਹੁੰਦਾ? ਲੱਗਾ ਨਾ ਤੱਤੀ ਵਾਲ, ਉਹਨੂੰ ਤੱਤੀ ਵਾਲ ਲੱਗ ਨਹੀਂ ਸਕਦਾ। ਇਹ ਬੜਾ ਔਖਾ ਹੈ, ਨੀਵੇਂ ਹੋਣਾ ਸਭ ਤੋਂ ਔਖਾ ਕੰਮ ਹੈ। ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਨੀਵੇਂ ਹੋ ਕੇ ਜਾਂਦੇ ਸੀ ਕਿ ਮੇਰੇ ਸਿੱਖ ਆਉਣ ਵਾਲੀ ਪਨੀਰੀ ਇਹ ਸਮਝ ਲਵੇ ਕਿ ਨਿਰਮਾਣਤਾ 'ਚ ਸਾਰੇ ਗੁਣ ਨੇ। ਫਿਰ ਕੀ ਹੁਣ ਜਨ ਨਾਨਕ ਇਹ ਖੇਲ ਕਠਨ ਹੈ, ਪਰ ਇਹ ਨੀਵੇਂ ਹੋਣਾ ਔਖਾ ਬੜਾ ਹੈ। ਹਰ ਕੋਈ ਨਹੀਂ ਹੋ ਸਕਦਾ। ਇਹ ਤਾਂ ਗੁਰੂ ਵੱਲ ਮੁਖ ਕਰਕੇ ਜਿਹੜਾ ਚੱਲਦਾ ਉਹ ਹੋ ਸਕਦਾ ਹੈ। ਸਾਰੇ ਬੰਦਗੀ ਪੜੀਏ ਤੇ ਫਿਰ ਸਮਾਪਤੀ ਕਰੀਏ। ਭਾਈ ਸਾਰੇ ਜਨ ਨਾਨਕ ਇਹ ਖੇਲ ਕਠਨ ਹੈ, ਜਨ ਨਾਨਕ ਇਹ ਖੇਲ ਕਿਨਹੁ ਗੁਰਮੁਖ ਜਾਣਾ, ਕਿਨਹੁ ਗੁਰਮੁਖ ਜਾਣਾ। ਰਾਜਵਾਜ ਕੇ ਬੋਲਿਆ ਕਰੋ, ਕਿਨਹੁ ਗੁਰਮੁਖ ਜਾਣਾ, ਕਿਨਹੁ ਗੁਰਮੁਖ ਜਾਣਾ, ਕਿਨਹੁ ਗੁਰਮੁਖ
ਸਾਧੋ ਇਹ ਆਪਣੇ ਆਪ ਨੂੰ ਕਹੀਏ, ਅੱਖਾਂ ਕਰ ਲੋ ਬੰਦ, 4 ਵਾਰ ਗਾਇਨ ਕਰਾਂਗੇ। ਕੋਈ ਰਸਨਾ ਵਾਂਝੀ ਨਾ ਰਵੇ, ਇੱਧਰ ਉੱਧਰ ਨਾ ਵੇਖੋ, ਆਪਣੇ ਹਿਰਦੇ ਦੇ ਅੰਦਰ ਝਾਤੀ ਮਾਰੋ ਤੇ ਆਪਣੇ ਆਪ ਨੂੰ ਕਹੀਏ, ਮਨ ਕਾ ਮਾਨ ਤੇ ਆਗੋ ਸਾਧੋ, ਮਨ ਕਾ ਮਾਨ ਤੇ ਆਗੋ ਸਾਧੋ, ਜਪੋ ਮਨ ਕਾ ਮਾਨ ਤੇ ਆਗੋ। ਦਿਨ ਜਮ ਨੇੜ ਨ ਆਇਆ, ਧੰਨ ਗੁਰੂ ਤੇਗ ਬਹਾਦਰ, 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 ਧੰਨ ਗੁਰੂ ਤੇਗ ਬਹਾਦਰ।
इतनी सेवा प्रदान करनी। जो भी कीर्तन कथा विचारा असी तुसी बाणी पढ़ते सेवा करते कुछ भी करते हैं, ये समझो सतगुरु की कृपा वरत रही है, ताही कर पा रहे हैं। जे कृपा ना वरते तो सब तो पहला इन्हां चीज़ों तो भजते हैं संसार। इस करके बहुत कृपा सतगुरु तेग बहादुर पातशाह जी का स्थान है ते अज बहुत बेअंत कृपा वरताई है। सतगुरु ने सानू उपदेश किया है गुरबाणी द्वारा। ਆਪਾਂ यत्न करिए उस उपदेश ਨੂੰ धारण करके अपना जीवन ਅਤੇ ਸਵਾਸ सफल बनाइए। विचारा करते हैं गुरबाणी गायन करते हैं बेअंत भुलां हो गई होंगियां, अनजान बच्चे सुन के क्षमा कर देना। सतगुरु बख्शण योग ने, क्योंकि गुरु की ना कोई उस्तत कर सकता है ना कोई गुरु की गल कर सकता है। गुरु कृपा करे तो अपनी गल कराउंदा है, जे वो कृपा करे तो अपनी उस्तत कराउंदा है। तो तुहाडे ते बड़ी कृपा है सतगुरु की, तुहाडे कोलों अपनी उस्तत कराउंदे ने। सतगुरु की तुहानूं लभ के तुहानूं प्रेर के बुलाया है, अपने गोद च बैठा के तुहानूं समझाउण दा यतन कीता है। सतगुरु ने सानूं सारिआं नूं वो वचन समझणे अते जीवन सुखैन बनाउणा। और सारे गल मिल के सब तो पहला गुरु तेग बहादुर सिमरिया घर नौ नित आवे ताया की खुशियां वंडणियां सतगुरु ने ते लै लो सारे झोलियां भर के। तो फिर उस तो बाद आनंद साहब सारे गुरु तेग बहादुर सिमरिया, गुरु तेग बहादुर सिमरिया,
ਸਿਮਰਤ ਏਕ ਰਾਮ ਕਲੀ ਮਹਲਾ ਤੀਜਾ। ਆਨੰਦ ਓੰਕਾਰ ਸਤਿ ਪ੍ਰਸਾਦ। ਆਨੰਦ ਪਿਆ ਏ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਨਾਮ ਪਾਇਆ ਸਹਿਜ ਸਿੱਧੀ ਮਨ ਦੀਆਂ ਵਾਧਾਈਆਂ। ਰਾਗ ਕੰਮਾਰ ਦੁਨੀਆ ਸ਼ਬਦ ਗਾਈਆਂ। ਸ਼ਬਦੋ ਲਗਾਵੋ ਹਰੀ ਕੇਰਾ ਮਨ ਤੇ ਵਸਾਇਆ। ਰਹਿ ਨਾਮ ਕਰਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆਤਮ ਸਦਾ ਰਹੋ ਹਰ ਨਾਮ ਦੇ। ਹਰ ਨਾਮ ਰੋਗ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਕਰੇ ਤੇਰਾ ਕਰ ਸਭ ਸੁਆਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਰਹਿ ਨਾਮ ਮਨ ਮੇਰੇ ਸਦਾ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰੇ। ਕਰਤਾ ਤੇਰੇ ਸੰਗ ਜੈ ਜਿਸ ਦੇ ਸੁਭਾਵੇ। ਸਦਾ ਸਿੱਖ ਸਦਾ ਤੇਰੀ ਨਾਮ ਮਨ ਵਸਾਵੇ। ਨਾਮ ਨਿਕੈ ਮਨ ਸਿਆਵਾ ਦੇਸ਼ ਕਦੇਰੇ। ਰਹੇ ਨਾਮ ਸੱਚੇ ਸਾਹਿਬ ਕਿਆ ਨਹੀਂ ਕਰਦੇ। ਸਾਚਾ ਨਾਮ ਮੇਰਾ ਨਾਮ ਸਚ ਨਾਮ ਆਧਾਰ ਮੇਰਾ। ਜਨ ਕੋ ਕਉ ਸਭ ਗਵਾਈਆਂ। ਕਰ ਨਾਮ ਸੁਣਾਇਆ ਸਿਆ ਵਿਚਾ ਸਭ ਬੁਝਾਈਆਂ। ਸਦਾ ਗੁਰਬਾਣ ਕੀਤਾ ਗੁਰ ਵਿਟੂ ਜਿਸ ਦੀਆਂ ਵਡਿਆਈਆਂ। ਨਾਮ ਸੁਣੋ ਸੰਤੋ ਸ਼ਬਦ ਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚਵਤ ਘਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ ਕਮਾਲ ਕੰਦਾਰਿਆ। ਪੰਜ ਰੂਪ ਵਸ ਕੀਤੇ ਕਾਲ ਵਿੱਚ ਮਾਰਿਆ। ਕਰਮ ਪਾਇਆ ਮੁਕਤ ਵਾਸੇ ਨਾਮ ਹਟਿਆਵੇ। ਕਹਿ ਮਨ ਕੈਸ ਕੋ ਅੰਦਰ ਹਮਾਰੇ। ਮਨ ਸੁਨੋ ਵਡ ਭਾਗੀਓ ਸਗਲ ਮਨੋਰਥ ਪੂਰੇ। ਹਰ ਕੰਮ ਪਾਇਆ ਹੋਏ ਸਗਲ ਜਨ ਸੁਨੇ। ਦੁਖ ਰੋਗ ਸੰਤਾਪ ਉਤਰੇ ਸੁਨੇ ਸੱਚੀ ਬਾਣੀ। ਸੰਸਾਰ ਪਏ ਸੰਸੇ ਪੂਰੇ ਗੁਰ ਤੇ ਜਾਣੀ। ਸੋ ਬੇਪਨੀਰ ਕਹਤੇ ਪਵਨ ਸਤਿਗੁਰ ਹੈ ਆਪਰ ਪੂਰੇ। ਮਨ ਮਨ ਕੋ ਚਰਨ ਲਾਗੇ